जेड़ा मारिया कबीर दे ओही बाण मारो, 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 जेड़ा मारिया कबीर दे जी ओही बाण मारो, जेड़ा मारिया कबीर दे ओही बाण मारो, जेड़ा मारिया कबीर दे ओही बाण मारो, जेड़ा मारिया कबीर दे ओही बाण मारो, मारिया कबीर दे ओही बाण मारो, जेड़ा मारिया कबीर दे ओही बाण मारो। कबीर मन निर्मल भया जैसे गंगा नीर, पाछे लागो हर फिरै, कहत कबीर कबीर ओही बाण मारो, जेड़ा मारिया कबीर दे 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 ओही बाण मारो, जेड़ा मारिया कबीर दे। कबीर मानस जन्म दुर्लभ है, होए ना बारंबार, जो बन फल पके पोए गिरे, बाहर न लागे डार, मारिया कबीर दे ओही बाण मारो, जेड़ा मारिया कबीर दे ओही बाण मारो, जेड़ा मारिया कबीर दे ओही बाण मारो, मारिया कबीर दे ओही बाण मारो, मारिया कबीर दे ओही बाण मारो, जेड़ा मारिया कबीर दे ओही बाण मारो। मानस जन्म दुर्लभ होए न बारंबार, बन फल पके होए गिरे बाहर न लागे डार। कबीर मन मल पया जैसे गंगा नीर, पाछे लागो हर फिरै, कहत कबीर कबीर। सत्संग जी, ਅੰਮ੍ਰਿਤ ਵੇਲੇ ਬੋਲਿਆ ਪਪੀਹਾ ਤਰ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਧਾਰ, ਹਉ ਤਿਸ ਕੈ ਬਲਿਹਾਰ ਨੇ ਜਿਨ ਸੱਚ ਰੱਖਿਆ ਉਰਤਾਰ, ਨਾਨਕ ਨਾਮੇ ਸਭ ਹਰਿਆਵਲੀ ਗੁਰ ਕੈ ਸ਼ਬਦ ਵਿਚਾਰ। ਸੋ ਅੰਮ੍ਰਿਤ ਵੇਲੇ ਗੁਰੂ ਦੀ ਪਵਿੱਤਰ ਬਾਣੀ ਜਿਹੜੀ ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਧਰਿ ਉਗਨ ਕਾਹੂ ਗਤ ਪਾਈ, ਰਹਾਉ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸ਼ੁੱਧ ਆਈ। ਮਹਾਰਾਜ ਜੀ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਸਦਾ ਸੁਖਦਾਈ ਦੇਣ ਵਾਲਾ ਹੈ, ਉਸ ਪਰਮਾਤਮਾ ਦੇ ਨਾਮ ਦੇ ਨਾਲ ਕਿਤੇ ਜੁੜ ਕੇ ਵੇਖ, ਇਹ ਕੋਈ ਬੜੀ ਵੱਡੀ ਗੱਲ ਨਹੀਂ ਹੈ। ਜਿਹੜੀਆਂ ਭਿਆਨਕ ਬਿਮਾਰੀਆਂ ਚੱਲ ਰਹੀਆਂ ਹਨ,
ਇਹਨਾਂ ਨੂੰ ਬਿਮਾਰੀਆਂ ਨੂੰ ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ 10ਵੇਂ ਪਾਤਸ਼ਾਹ ਮਹਾਰਾਜ ਤੇ ਕਰੇ ਟੱਕਰਾ ਚੱਲਦਾ ਹੀ ਆਇਆ ਹੈ। ਪਰ ਗੁਰੂ ਜੀ ਕਿਰਪਾ ਕਰਦੇ ਹਨ, ਜੇ ਭਿਆਨਕ ਬਿਮਾਰੀ ਇਹੋ ਜਿਹੀ ਕਰੋਨਾ ਵਰਗੀ ਆਉਂਦੀ ਵੀ ਹੈ ਤਾਂ ਗੁਰੂ ਜੀ ਕਿਰਪਾ ਕਰਦੇ ਹਨ, ਉਸ ਬਿਮਾਰੀ ਨੂੰ ਝੱਲਣ ਵਾਸਤੇ ਮਹਾਰਾਜ ਜੀ ਸਮਰੱਥਾ ਬਖਸ਼ਿਸ਼ ਕਰਦੇ ਹਨ। ਕਿਉਂਕਿ ਕਈ ਤਾਂ ਇਹੋ ਜਿਹੇ ਹੁੰਦੇ ਨੇ ਬੁੱਝ ਦਿਲ, ਅਜੇ ਬਿਮਾਰੀ ਆਈ ਵੀ ਨਹੀਂ ਹੁੰਦੀ, ਦੂਰ ਹੁੰਦੀ ਹੈ, ਕਿਸੇ ਨੂੰ ਹੋਰ ਹੁੰਦੀ ਹੈ, ਮਨੁੱਖ ਖੁਦ ਪਹਿਲਾਂ ਢਿੱਲਾ ਹੋ ਜਾਂਦਾ ਹੈ। ਪਰ ਮਹਾਰਾਜ ਜੀ ਕਹਿੰਦੇ ਕਈ ਮਨੁੱਖ ਐਸੇ ਹੁੰਦੇ ਆ, ਬਿਮਾਰੀ ਹੁੰਦਿਆਂ ਹੋਇਆਂ ਵੀ ਉਹ ਬੜੇ ਤਕੜੇ ਬਲਵਾਨ ਹੁੰਦੇ ਹਨ। ਫਿਰ ਉਹ ਇਹ ਗੱਲ ਆਖਦੇ ਹਨ, ਕੋਈ ਗੱਲ ਨਹੀਂ, ਇਹ ਕਿੱਡੀ ਕੁ ਗੱਲ ਹੈ ਜਿਹੜੀ ਇਹ ਭਿਆਨਕ ਬਿਮਾਰੀ ਆਈ ਹੈ, ਜੇ ਆਈ ਹੈ ਤਾਂ ਪਰਮਾਤਮਾ ਆਪੇ ਹੀ ਦੂਰ ਕਰ ਦੇਗਾ। ਪਿੱਛੇ ਇਤਿਹਾਸ ਸੁਣਿਆ ਤੁਸੀਂ, ਉਹ ਪ੍ਰੇਮੇ ਕੋੜੀ ਵਰਗੇ ਜਿਨ੍ਹਾਂ ਨੂੰ ਕੋੜ ਹੋਇਆ ਸੀ, ਇਹ ਤਾਂ ਕਰੋਨਾ ਹੀ ਹੈ ਇਕੱਲਾ, ਕੋੜ ਹੋਇਆ ਸੀ, ਕੋੜ ਜਿਹੜੀ ਐਡੀ ਭਿਆਨਕ ਬਿਮਾਰੀ ਸੀ। ਜਦੋਂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਪ੍ਰੇਮਾ ਕੋੜੀ ਚਲਿਆ ਗਿਆ, ਗੁਰੂ ਜੀ ਦੇ ਸਰੀਰ ਨਾਲ ਲੱਗਿਆ ਹੋਇਆ ਜਲ ਸਪਰਸ਼ ਹੋਇਆ, ਜਲ ਪ੍ਰੇਮੇ ਕੋੜੀ ਦਾ ਇਸ਼ਨਾਨ ਕਰਵਾ ਦਿੱਤਾ, ਦਿਵਰੀ ਕੰਚਰ ਵਰਗੀ ਹੋ ਗਈ। ਗੁਰੂ ਜੀ ਫਰਮਾਨ ਕਰਦੇ ਨੇ, ਭਇਓ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨਿਹਾ। ਕੰਚਨ ਵਰਗੀ ਦਿਵਰੀ ਹੋ ਗਈ ਉਸ ਭਾਈ ਪ੍ਰੇਮੇ ਦੀ। ਫਿਰ ਜਿੱਥੇ ਜੀਵਨ ਬਦਲ ਦਿੱਤਾ, ਉੱਥੇ ਨਾਂ ਵੀ ਬਦਲ ਦਿੱਤਾ। ਅੱਜ ਤੋਂ ਤੇਰਾ ਨਾਂ ਪ੍ਰੇਮਾ ਨਹੀਂ, ਅੱਜ ਤੇਰਾ ਨਾਂ ਹੈ ਮੱਥੋ ਤੇ ਮਰਾਰੀ। ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਰੇ ਜਾ ਰਹੇ ਹਨ। ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਇੱਕ ਕੋੜੀ ਪਿਆਜੀ ਦਾ ਨਾਮ ਹੈ ਭਾਈ ਕਰਮੂ। ਉਹ ਕੋੜੀ ਨੂੰ ਜਿਹੜਾ ਇੰਨਾ ਭਿਆਨਕ ਕੋੜ ਲੱਗਿਆ, ਉਹਦੇ ਕੋਲ ਦੀ ਕੋਈ ਲੰਘਣਾ ਚੰਗਾ ਨਹੀਂ, ਮੁਨਾਸਬ ਨਹੀਂ ਸਮਝਦਾ। ਹਾਏ ਹਾਏ ਦੀ ਆਵਾਜ਼ ਆ ਰਹੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਤੁਰੇ ਜਾ ਰਹੇ ਨੇ, ਮੀਂਹ ਪਈ ਜਾਂਦਾ ਹੈ। ਉੱਥੇ ਮਹਾਰਾਜ ਜੀ ਨੇ ਪਾਵਨ ਪਿੱਤਰ ਸ਼ਬਦਾ ਉਚਾਰਨ ਕਰਿਆ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬਿਲਾਏ, ਬਹੁਤਾ ਬੋਲਣ ਝੱਕਣ ਹੋਏ, ਬਿਨ ਬੋਲੇ ਜਾਣਾ ਸਭ ਸੋਏ। ਦੁਖੇ ਦੀ ਆਵਾਜ਼ ਪਈ, ਮਹਾਰਾਜ ਜੀ ਕਹਿਣ ਲੱਗੇ, ਮਰਦਾਨਿਆਂ ਦੇਖ ਕੌਣ ਹੈ? ਜਾ ਕੇ ਅੰਦਰ ਦੇਖਿਆ, ਕੋੜੀ ਪਿਆ, ਥਾਂ ਥਾਂ ਤੋਂ ਫਿਸਿਆ ਪਿਆ ਹੈ। ਭਾਈ ਮਰਦਾਨੇ ਨੇ ਆ ਕੇ ਦੱਸਿਆ, ਸੱਚੇ ਪਾਤਸ਼ਾਹ ਕੋੜ ਦਾ ਖਾਧਾ ਹੋਇਆ ਪਿਆ ਇੱਕ ਮਨੁੱਖ, ਕਿਤੋਂ ਵੀ ਕੋਈ ਜਗ੍ਹਾ ਖਾਲੀ ਨਹੀਂ ਹੈ, ਥਾਂ ਥਾਂ ਤੇ ਕੋੜ ਹੀ ਕੋੜ ਹੋਇਆ। ਮਹਾਰਾਜ ਜੀ ਕਹਿਣ ਲੱਗੇ, ਭਾਈ ਮਰਦਾਨਿਆਂ ਵਸਤਰ ਵਿੱਚ ਲਪੇਟ ਕੇ ਇੱਕ ਵਾਰੀ ਬਾਹਰ ਚੁੱਕ ਲਿਆ, ਬਾਕੀ ਫਿਰ ਉਹਨੂੰ ਪਰਮਾਤਮਾ ਦੇ ਨਾਮ ਦੀ ਦਵਾਈ ਦਿੱਤੀ ਜਾਊਗੀ, ਫਿਰ ਉਹ ਠੀਕ ਹੋ ਜਾਊਗਾ। ਬਾਹਰ ਚੁੱਕ ਲਿਆਂਦਾ। ਹੌਲੀ ਕੁ ਦਿਨ ਉਹਦੀ ਛੰਨ ਦੇ ਨਾਲ ਮਹਾਰਾਜ ਕਹਿਣ ਲੱਗੇ, ਇਹਨੂੰ ਖੜਾ ਦੇ, ਬਿਠਾਈ ਨਾ। ਭਾਈ ਕਰਮੋ ਨੂੰ ਉਸ ਛੰਨ ਦੇ ਨਾਲ ਖੜਾ ਦਿੱਤਾ ਤੇ ਮੀਂਹ ਪੈ ਰਿਹਾ। ਭਾਈ ਮਰਦਾਨਿਆ ਲੈ ਸਾਡੇ ਵਾਲਾ ਬਸਤਰ, ਇਹਨੂੰ ਸਿਰ ਤੋਂ ਲੈ ਕੇ ਸਾਫ਼ ਕਰ ਲੱਗ ਜਾ ਹੌਲੀ ਹੌਲੀ। ਉੱਪਰ ਮੀਂਹ ਪੈ ਰਿਹਾ ਹੈ। ਭਾਈ ਮਰਦਾਨਾ ਗੁਰੂ ਜੀ ਦਾ ਬਚਨ ਨੂੰ ਜਿਹੜਾ ਉਹ ਕਮਾ ਕੇ ਸਿਰ ਤੋਂ ਲੈ ਕੇ ਜਿਹੜਾ ਉਹ ਸਾਫ਼ ਕਰਦਾ ਜਾਂਦਾ, ਕੋੜ ਲੈਂਦਾ ਜਾਂਦਾ। ਗੁਰੂ ਦੀ ਕਿਰਪਾ ਹੋ ਗਈ, ਜਿਹੜਾ ਪੱਕਾ ਰੋਗ ਸੀ। ਇਸ ਕਰਕੇ ਕਹਿਣ ਤੋਂ ਭਾਵ ਹੈ, ਗੁਰੂ ਨਾਨਕ ਦੇ ਘਰ ਦੇ ਵਿੱਚ ਬੜੀਆਂ ਵੱਡੀਆਂ ਬਰਕਤਾਂ ਨੇ। ਗੁਰੂ ਜੀ ਅੱਜ ਵੀ ਠੀਕ ਕਰਦੇ ਨੇ, ਪਰ ਲੋੜ ਸ਼ਰਧਾ ਤੇ ਭਾਵਨਾ ਦੀ ਹੈ। ਮਨੁੱਖ ਇਹ ਤੁਹਾਡੇ ਸਾਹਮਣੇ ਹੀ ਹੈ, ਇਹਦੇ ਵਿੱਚੋਂ ਕੀ ਨਿਕਲਣਾ, ਕਿਹੜੀਆਂ ਬਿਮਾਰੀਆਂ ਨਿਕਲਣੀਆਂ ਨੇ। ਬਸ ਇਹ ਹੈ ਵੀ ਕਿਸੇ ਕੋਈ ਗਰੀਬ ਦੋ ਰੋਟੀਆਂ ਜਿਹੜੀਆਂ ਛਕ ਕੇ ਨਾ ਚੰਗੀ ਚੈਨ ਦੇ ਨਾਲ ਨਾ ਛਕ ਲਵੇ। ਇਸ ਪੰਜਾਬ ਨੂੰ ਜਿਹੜਾ ਨਾ ਇਹ ਇਹੋ ਜਿਹੀਆਂ ਏਜੰਸੀਆਂ ਨੇ, ਸਰਕਾਰੀ ਚਾਲਾਂ ਨੇ ਵੀ, ਇਹਨਾਂ ਨੂੰ ਕਿਸੇ ਨਾ ਕਿਸੇ ਲੋਟ ਜਿਹੜਾ ਉਹ ਉੱਠਣ ਨਾ ਦਿੱਤਾ ਜਾਵੇ, ਇਹਨਾਂ ਨੂੰ ਬਰਬਾਦ ਕੀਤਾ ਜਾਵੇ। ਫਿਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਫਿਰ ਉਹ ਸਮਾਉਣ ਵਾਲਾ ਚੂਕਾਰ ਅਜਾ ਹਮਾ ਹਿਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ।
ਕਹਦੇ ਜਿਹੜਾ ਹੱਥ ਬੰਨਿਆ ਤੋਂ ਨਾ ਮੰਨੇ ਫਿਰ ਉਹਦੇ ਅੱਗੇ ਤਲਵਾਰ ਉਠਾ ਲੈਣੀ ਜਾਇਜ਼ ਹੈ। ਇਸ ਕਰਕੇ ਆਓ ਮਹਾਰਾਜ ਕਿਰਪਾ ਕਰਨ ਭਾਈ, ਕਿਉਂਕਿ ਅੱਜ ਦੇਖੋ ਕਿੰਨਾ ਉਹ ਡਰ, ਸਹਿਮ ਦਾ ਡਰ ਹੈ ਜਿਹੜਾ ਮਾਹੌਲ ਬਣਾਇਆ ਪਿਆ। ਪਰ ਜਿਹੜਾ ਗੁਰੂ ਦੇ ਚਰਨਾਂ ਵਿੱਚ ਆਉਂਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਦੇ ਫਿਰ ਇੱਕ ਨਹੀਂ ਦੋ ਨਹੀਂ, ਉਹਦੇ ਹਜ਼ਾਰਾਂ ਹੀ ਦੁੱਖ ਜਿਹੜੇ ਆ ਉਹ ਕੱਟੇ ਜਾਣਗੇ। ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਹੀਂ ਜਾਹੂੰ ਕਰੀ ਨਾ ਹੋਈ। ਇਹ ਧੰਨ ਗੁਰੂ ਨਾਨਕ ਦੇ ਘਰ ਦੇ ਵਿੱਚ ਦਵਾਈ ਹੈ, ਜਿੱਥੇ ਡਾਕਟਰਾਂ ਦੇ ਹੱਥ ਖੜੇ ਹੋ ਜਾਣ, ਫੇਲ ਹੋ ਜਾਣ ਡਾਕਟਰ ਕਹਿਣ ਤੋਂ ਭਾਵ, ਉੱਥੇ ਫਿਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਹਨ। ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਇਹ ਸ਼ਲੋਕ ਜਿਹੜਾ ਫਰਮਾਨ ਕਰਿਆ ਨਾ, ਇਹ ਰਹਿਰਾਸ ਸਾਹਿਬ ਦਾ ਸ਼ਲੋਕ ਪਹਿਲਾ ਸ਼ਲੋਕ ਹੈ, ਜੋ ਸ਼ਾਮ ਨੂੰ ਰੋਜ਼ਾਨਾ ਪੜ੍ਹਿਆ ਜਾਂਦਾ ਹੈ। ਉਹਦੇ ਵਿੱਚ ਗੁਰੂ ਜੀ ਫਰਮਾਨ ਕਰਦੇ ਹਨ, ਤੇਰੇ ਦੁੱਖਾਂ ਦੀ ਬਣੂਗੀ ਦਾਰੂ, ਤੇਰੇ ਦੁੱਖਾਂ ਦੀ ਬਣਾਤੀ ਦਾਰੂ ਸਤਿਗੁਰੂ ਨਾਨਕ ਨੇ, ਦੁੱਖਾਂ ਦੀ ਬਣਾਤੀ ਦਾਰੂ ਸਤਿਗੁਰੂ ਨਾਨਕ ਨੇ, ਬਣਾਤੀ ਦਾਰੂ ਸਤਿਗੁਰੂ ਨਾਨਕ ਨੇ, ਤੇਰੇ ਦੁੱਖਾਂ ਦੀ ਬਣਾਤੀ ਦਾਰੂ ਸਤਿਗੁਰੂ ਨਾਨਕ ਨੇ, ਬਣਾਤੀ ਦਾਰੂ ਸਤਿਗੁਰੂ ਨਾਨਕ ਨੇ, ਤੇਰੇ ਦੁੱਖਾਂ ਦੀ ਬਣਾਤੀ ਦਾਰੂ ਸਤਿਗੁਰੂ ਨਾਨਕ ਨੇ, 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 ਤੇਰੇ ਦੁੱਖਾਂ ਦੀ ਬਣਾਤੀ ਦਾਰੂ ਸਤਿਗੁਰੂ ਨਾਨਕ ਨੇ, ਦੁੱਖਾਂ ਦੀ ਬਣਾਤੀ ਦਾਰੂ ਸਤਿਗੁਰੂ ਨਾਨਕ ਨੇ, ਤੇਰੇ ਦੁੱਖਾਂ ਦੀ ਬਣਾਤੀ ਦਾਰੂ ਸਤਿਗੁਰੂ ਨਾਨਕ ਨੇ, ਤੇਰੇ ਦੁੱਖਾਂ ਦੀ ਬਣਾਤੀ ਦਾਰੂ ਸਤਿਗੁਰੂ ਨਾਨਕ ਨੇ, ਦੁੱਖਾਂ ਦੀ ਬਣਾਤੀ ਦਾਰੂ ਸਤਿਗੁਰੂ ਨਾਨਕ ਨੇ, ਤੇਰੇ ਦੁੱਖਾਂ ਦੀ ਬਣਾਤੀ ਦਾਰੂ ਸਤਿਗੁਰੂ ਨਾਨਕ ਨੇ, ਦੁੱਖ ਦਾਰੂ ਸੁਖ ਰੋਗ ਭਇਆ। ਕਾਹਦੇ ਨਾਲ? ਮਰਜੀ ਕਹਿੰਦੇ ਗੁਰੂ ਦੇ ਘਰ ਦੀ ਵੀ ਇੱਕ ਦਵਾਈ ਹੈ। ਜਿਵੇਂ ਡਾਕਟਰਾਂ ਦੀ ਦੁਨਿਆਵੀ ਵੈਕਸੀਨ, ਅੱਜ ਦੇਖੋ ਕਿਵੇਂ ਟੀਕੇ ਲੱਗ ਰਹੇ ਨੇ, ਕਿਸੇ ਨੂੰ ਦਵਾਈ ਦਿੱਤੀ ਜਾ ਰਹੀ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਇੱਕ ਦਵਾਈ ਹੈ ਜਿਹੜੀ ਖਾਣੀ ਪੈਂਦੀ ਹੈ। ਉਹ ਕਿਹੜੀ? ਇੱਕ ਸੇਵਾ ਦੀ, ਇੱਕ ਸਿਮਰਨ ਦੀ। ਉਹ ਦਵਾਈ ਜਿਹੜਾ ਮਨੁੱਖ ਛਕ ਲਵੇ ਨਾ, ਫਿਰ ਉਹਦਾ ਭਲਾ ਹੋ ਜਾਂਦਾ ਹੈ। ਤੇ ਆਓ ਦਵਾਈ ਖਾਣ ਵਾਸਤੇ ਅੱਜ ਭਾਈ ਲਾਲਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਚੜ੍ਹਦੀ ਅਵਸਥਾ ਹੈ ਭਾਈ ਲਾਲੇ ਦੀ। 17-18 ਸਾਲਾਂ ਦਾ ਪੁੱਤਰ ਹੈ, ਇਕਲੌਤਾ ਪੁੱਤਰ ਹੈ। ਮਾਤਾ ਪਿਤਾ ਦੇ ਕੱਲ ਮੈਰਿਜ ਕਰਿਆ ਸੀ, ਪਿਆਰ ਵਿੱਚ ਆ ਕੇ ਨਾਮ ਰੱਖਤਾ ਭਾਈ ਲਾਲਾ। ਉਸ ਭਾਈ ਲਾਲੇ ਨੇ ਸੋਚਿਆ ਗੁਰੂ ਦੇ ਚਰਨਾਂ ਵਿੱਚ ਜੀਵਨ ਲਾ ਦਈਏ, ਹੁਣ ਰਹਿੰਦਾ ਜਿਹੜਾ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਲੈ ਕੇ ਆਪਣਾ ਜੀਵਨ ਗੁਰੂ ਦੇ ਚਰਨਾਂ ਵਿੱਚ ਲਾ ਦਈਏ। ਭਾਈ ਲਾਲਾ ਸੇਵਾ ਕਰਨ ਲੱਗ ਪਿਆ। ਸਭ ਤੋਂ ਵੱਡੀ ਸੇਵਾ ਹੈ, ਸਾਡੇ ਜਿਤਨੇ ਵੀ ਪ੍ਰਾਤਨ ਬਜ਼ੁਰਗ ਹੋਏ ਨੇ ਨਾ, ਭਾਈ ਕਨਈਆ ਜੀ ਤੋਂ ਲੈ ਕੇ ਜਾਂ ਭਾਈ ਤਾਰਾ ਜੀ ਤੋਂ ਲੈ ਕੇ ਮਹਿਰਾ ਬਰਾਦਰੀ ਦੇ ਜਿਤਨੇ ਵੀ ਬਜ਼ੁਰਗ ਹੋਏ, ਉਹਨਾਂ ਨੇ ਜਲ ਦੀ ਸੇਵਾ ਹੀ ਬਹੁਤੀ ਕੀਤੀ ਹੈ। ਸਾਡੇ ਬਜ਼ੁਰਗਾਂ ਨੂੰ ਕੋਈ ਬਖਸ਼ਿਸ਼ ਹੀ ਸੀ, ਉਹਨਾਂ ਨੇ ਜਲ ਦੀ ਸੇਵਾ ਬਹੁਤੀ ਕੀਤੀ ਹੈ। ਨਗਰਾਂ ਦੇ ਵਿੱਚ ਜਲ ਢੋਣਾ ਜਾਂ ਖੂਹ ਤੇ ਜਿਹੜਾ ਉਹ ਜਲ ਦੀ ਸੇਵਾ ਕਰਨੀ। ਹੁਣ ਗੁਰੂ ਜੀ ਕਹਿਣ ਲੱਗੇ ਇਹ ਵੀ ਸੇਵਾ ਆਪੇ ਹੋ ਜਾਣੀ ਹੈ ਜੇ ਨਗਰ ਦੀ ਇੰਨੀ ਸ਼ਰਧਾ ਭਾਵਨਾ ਹੈ। ਚਲੀਸਾ ਚਮਾਸਾ ਜਿਹੜਾ ਇੱਥੇ ਕੱਟਾਂਗੇ, 4 ਮਹੀਨੇ ਭਾਵ ਤੁਹਾਡੇ ਨਗਰ ਵਿੱਚ ਰਵਾਂਗੇ। ਨਗਰ ਨੂੰ ਖੁਸ਼ੀਆਂ ਚੜ੍ਹ ਗਈਆਂ, ਕੋਈ ਕਿੱਧਰ ਭੱਜਿਆ ਫਿਰਦਾ ਹੈ, ਕੋਈ ਕਿੱਧਰ ਭੱਜਿਆ ਫਿਰਦਾ ਹੈ।
ਸੰਗਤ ਦੀ ਸੇਵਾ ਦਾ ਮੌਕਾ ਮਿਲ ਗਿਆ। ਉਹ ਧੰਨ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਸੇਵਾ ਦਾ ਮੌਕਾ ਦੇ ਦਿੱਤਾ। ਕੋਈ ਪ੍ਰਸ਼ਾਦੇ ਬਣਾ ਕੇ ਲਿਆਉਂਦਾ ਘਰ ਵਿੱਚੋਂ, ਕੋਈ ਉੱਥੇ ਰਹਿ ਕੇ ਗੁਰੂ ਦੇ ਚਰਨਾਂ ਵਿੱਚ ਸੇਵਾ ਕਰ ਦਿੱਤਾ ਹੈ। ਕਿਸੇ ਨੇ ਕਹਿਤਾ ਸੱਚੇ ਪਾਤਸ਼ਾਹ ਮੈਂ 4 ਮਹੀਨੇ ਲਗਾਤਾਰ ਘਰ ਨਹੀਂ ਜਾਂਦਾ, ਤੁਹਾਡੇ ਘਰ ਹੀ ਸੇਵਾ ਕਰੂੰਗਾ। ਦੱਸੋ ਫਿਰ ਉਹਨਾਂ ਨੂੰ ਦੁੱਖ ਤਕਲੀਫ ਕਿਵੇਂ ਆ ਜੂਗੀ। ਜਿਨ੍ਹਾਂ ਨੇ ਇਹ ਗੱਲ ਕਹਿ ਦਿੱਤੀ। ਕਿਸੇ ਨੇ ਕਿਹਾ ਸੱਚੇ ਪਾਤਸ਼ਾਹ ਮੈਂ 1 ਮਹੀਨਾ ਲਗਾਤਾਰ ਦਿਨ ਰਾਤ ਤੁਹਾਡੀ ਸੇਵਾ ਕਰੂੰਗਾ। ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਮਹਾਰਾਜ, ਮਾਤਾ ਗੁਜਰੀ ਜੀ, ਹੋਰ ਪਿਆਰੇ ਸਿੱਖ ਜਿਹੜੇ ਮਹਾਰਾਜ ਦੇ ਨਾਲ ਨੇ, ਬੜੇ ਖੁਸ਼ ਹੁੰਦੇ ਨੇ। ਕਹਿੰਦੇ ਨੇ ਸੱਚੇ ਪਾਤਸ਼ਾਹ ਦੇਖੋ ਇਹਨਾਂ ਦੇ ਕਿੱਡੀ ਭਾਵਨਾ ਮਨ ਵਿੱਚ ਹੈ। ਮਹਾਰਾਜ ਜੀ ਕਹਿਣ ਲੱਗੇ ਹਾਂ ਭਾਈ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਿਆ ਕਲੇਜੇ ਸ਼ੇਖ। ਭਾਈ ਇਹਨਾਂ ਨੂੰ ਭਗਤ ਕਬੀਰ ਜੀ ਵਾਲਾ ਰੰਗ ਲੱਗਿਆ ਹੋਇਆ ਹੈ। ਭਗਤ ਕਬੀਰ ਜੀ ਨੇ ਸੇਵਾ ਕੀਤੀ, ਸਾਧੂਆਂ ਦੀ ਸੇਵਾ ਕੀਤੀ। ਜਿਹੜਾ ਵੀ ਕੋਈ ਆਉਂਦਾ ਥਿੱਤੀ ਉਹਦੀ ਸੇਵਾ ਕਰਦੇ ਨੇ ਭਗਤ ਕਬੀਰ ਜੀ ਤੇ ਉਹਦੀ ਖੁਸ਼ੀ ਲੈਂਦੇ ਨੇ। ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤਖਤ ਉੱਤੇ ਬੈਠੇ ਨੇ। ਸੁਬਾਹ ਸ਼ਾਮ ਦੀਵਾਨ ਸਜਦਾ ਹੈ। ਦਿਨੇ ਫਿਰ ਮਹਾਰਾਜ ਜੀ ਨੇੜੇ ਨੇੜੇ ਜਿਨ੍ਹਾਂ ਦੇ ਘਰ ਨੇ ਉਹਨਾਂ ਦੇ ਮੁਬਾਰਕ ਚੱਲਣ ਪਾਉਂਦੇ ਨੇ ਗ੍ਰਹਿ ਵਿਖੇ। ਤੇ ਸੰਗਤਾਂ ਆ ਕੇ ਅਰਜ਼ ਕਰਦੀਆਂ ਸੱਚੇ ਪਾਤਸ਼ਾਹ ਅੱਜ ਸਾਡੇ ਘਰ ਆ ਜਾਓ। ਮਹਾਰਾਜ ਕਹਿਣ ਲੱਗੇ ਜਿਵੇਂ ਤੁਹਾਡਾ ਹੁਕਮ ਹੈ। ਅਗਲੇ ਦਿਨ ਦੂਜੀ ਸੰਗਤ ਨੇ ਆਖਿਆ ਸੱਚੇ ਪਾਤਸ਼ਾਹ ਕੱਲ ਨੂੰ ਸਾਡੇ ਘਰ ਮੁਬਾਰਕ ਚੱਲਣ ਪਾ ਦਿਓ। ਮਹਾਰਾਜ ਕਹਿਣ ਲੱਗੇ ਜਿਵੇਂ ਗੁਰੂ ਸਾਹਿਬ ਜੀ ਦਾ ਹੁਕਮ ਹੈ, ਜਿਵੇਂ ਸੰਗਤ ਦਾ ਹੁਕਮ ਹੈ। ਤੇ ਸੰਗਤਾਂ ਨਾਲੇ ਤਾਂ ਭੱਜ ਭੱਜ ਕੇ ਸੇਵਾ ਕਰਦੀਆਂ ਨੇ, ਨਾਲੇ ਮਨ ਵਿੱਚ ਇਹ ਹੈ ਸੀ ਗੁਰੂ ਸਾਹਿਬ ਦੀ ਖੁਸ਼ੀ ਲੈਣੀ ਹੈ। ਸੇਵਾ ਕੌਣ ਕਰਦਾ ਹੈ? ਜਿਨ੍ਹਾਂ ਦੇ ਭਾਗ ਵੱਡੇ ਹੋਣ, ਜਿਨ੍ਹਾਂ ਦੇ ਉੱਤੇ ਗੁਰੂ ਕਿਰਪਾ ਕਰ ਦੇਵੇ, ਬਖਸ਼ਿਸ਼ ਕਰ ਦੇਵੇ। ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਰਪਾ ਕਰ ਦਿੱਤੀ ਸੇਵਾ ਦੀ ਬਾਬੇ ਲਹਿਣੇ ਦੇ ਉੱਤੇ। ਤੇ ਬਾਬਾ ਲਹਿਣਾ ਭੱਜ ਭੱਜ ਕੇ ਸੇਵਾ ਕਰਦਾ ਹੈ। ਸਾਡੇ ਬਾਪੁਰਖ ਪ੍ਰਮਾਣ ਕਰ ਦਿੰਦੇ ਬੜੇ ਪਿਆਰ ਵਿੱਚ ਆ ਕੇ। ਉਹ ਕਹਿੰਦੇ ਜੀ ਮਸਤਕ ਚਮਕੇ ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਐ। ਕੂੜਾ ਲਾਲ ਛੱਡਿਆ ਹੋਏ ਇੱਕ ਮਨ ਅਲਖ ਧਿਆਈਐ। ਫਲ ਤੇਵੇ ਉਹ ਪਾਈਐ, ਜੇ ਵੇਹੀ ਕਾਰ ਕਮਾਈਐ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜਤ ਨਾ ਦੀ ਪਾਈਐ। ਮਤ ਥੋੜੀ ਸੇਵ ਗਵਾਈਐ। ਕਹਿੰਦੇ ਜਿਹਦੇ ਉੱਤੇ ਗੁਰੂ ਕਿਰਪਾ ਕਰਦੇ ਉਹਨੂੰ ਸਭ ਤੋਂ ਵੱਡੀ ਦਾਤ ਫਿਰ ਸੇਵਾ ਦੀ ਮਹਾਰਾਜ ਜੀ ਉਹਦੀ ਝੋਲੀ ਵਿੱਚ ਪਾ ਦਿੰਦੇ। ਜੀ ਤੋਂ ਅੱਜ ਲੋਕ ਕੰਨੀ ਕਤਰਾਉਂਦੇ ਨੇ। ਸੇਵਾ ਕਰਨ ਤੋਂ ਲੋਕ ਪਿੱਛੇ ਪਿੱਛੇ ਨੂੰ ਹੁੰਦੇ ਹਨ। ਜਿਹੜੀ ਗੁਰੂ ਦੀ ਖੁਸ਼ੀ ਹੈ, ਜਦੋਂ ਕਿਤੇ ਫਸਿਆ ਹੋਵੇ ਮਨੁੱਖ ਹੈ, ਦੰਦਾਂ ਦੇ ਵਿਚਾਲੇ ਜੀਭ ਆਈ ਹੋਵੇ, ਤੇ ਫਿਰ ਉਦੋਂ ਫਸੇ ਤੋਂ ਜਿਹੜਾ ਕੁਝ ਮਰਜ਼ੀ ਕਰਾ ਲਓ। ਮਹਾਰਾਜ ਜੀ ਕਹਿੰਦੇ ਜੇ ਇਹੀ ਕਿਤੇ ਥੋੜਾ ਥੋੜਾ ਮਨੁੱਖ ਤੂੰ ਕਰਦਾ ਰਵੇਂ, ਫਿਰ ਏਡਾ ਵਜਨ ਨਾ ਚੜੇ। ਮਹਾਰਾਜ ਜੀ ਨੇ ਬੜੇ ਪਿਆਰ ਵਿੱਚ ਆ ਕੇ ਫਰਮਾਨ ਕਰਿਆ ਜੀ ਮਸਤਕ ਚਮਕੇ ਚਮਕੇ ਓਏ ਸਿਖਾ ਸੇਵਾ ਦਾ ਨੂਰ। ਮਸਤਕ ਚਮਕੇ ਚਮਕੇ ਓਏ ਸਿਖਾ ਸੇਵਾ ਦਾ ਨੂਰ। ਮਸਤਕ ਚਮਕੇ ਓਏ ਸਿਖਾ ਸੇਵਾ ਦਾ ਨੂਰ। ਮਸਤਕ ਚਮਕੇ ਗੱਜ ਕੇ ਚਮਕੇ ਓਏ ਸਿਖਾ ਸੇਵਾ ਦਾ ਨੂਰ। ਮਸਤਕ ਚਮਕੇ ਚਮਕੇ ਓਏ ਸਿਖਾ ਸੇਵਾ ਦਾ ਨੂਰ। ਮਸਤਕ ਚਮਕੇ ਚਮਕੇ ਓਏ ਸਿਖਾ ਸੇਵਾ ਦਾ ਨੂਰ। ਮਸਤਕ ਚਮਕੇ ਸੇਵਾ ਅੰਗ ਦੁਖ ਮਾਈ ਜਿੰਦ ਗੁਰਾਂ ਲਿਖੇ ਲਾਈ। ਅੰਗ ਦੁਖ ਮਾਈ ਜਿੰਦ ਗੁਰਾਂ ਲਿਖੇ ਲਾਈ। ਓ ਗੁਰੂ ਦੇ ਨੇ ਸਾਈ ਤੇ ਤੂੰ
ਜਾਂਦੇ ਨਾ ਦੂਰ ਮਸਤਕ ਚਮਕੇ ਸੇਵਾ ਦਾ ਨੂਰ ਮਸਤਕ ਚਮਕੇ ਚਮਕੇ ਸਿਖਾ ਸੇਵਾ ਦਾ ਨੂਰ ਮਸਤਕ ਚਮਕੇ ਵੇ ਸਿਖਾ ਸੇਵਾ ਦਾ ਨੂਰ ਮਸਤਕ ਚਮਕੇ ਚਮਕੇ ਵੇ ਸਿਖਾ ਸੇਵਾ ਦਾ ਨੂਰ ਮਸਤਕ ਚਮਕੇ ਕਬੀਰ ਸੇਵਾ ਕੋ ਦੋਏ ਬੱਲੇ ਸੰਤ ਇੱਕ ਰਾਮ ਜੋ ਦਾਤਾ ਮੁਕਤ ਕੋ ਸੰਤੋਖ ਪਾਵੈ ਨਾਮ ਹੁਣ ਦੋਨੋਂ ਭਾਈ ਲਾਲਾ ਸੇਵਾ ਕਰਦਾ ਗੁਰੂ ਦੇ ਚਰਨਾਂ ਦੇ ਵਿੱਚ ਤੇ ਗੁਰੂ ਜੀ ਬੜੀਆਂ ਖੁਸ਼ੀਆਂ ਦਿੰਦੇ ਨੇ ਦਿਨ ਰਾਤ ਸੇਵਾ ਕਰਦਾ ਇੱਕ ਦਿਨ ਨਹੀਂ ਬਈ ਚਲੋ ਘੰਟਾ ਕੁ ਕਰ ਲਈ ਘੰਟਾ ਕੁ ਘੜੀ ਸੇਵਾ ਕਰਕੇ ਤੇ 2 ਘੰਟੇ ਨਿੰਦਿਆ ਕਰ ਲਈ ਬਰਾਬਰ ਜੇ ਹੋ ਗਿਆ ਕੰਮ ਗੁਰੂ ਜੀ ਦੇਖਦੇ ਨੇ ਮਾਤਾ ਜੀ ਦੇਖਦੇ ਨੇ ਮਾਤਾ ਨਾਨਕੀ ਜੀ ਦੇਖਦੇ ਨੇ ਮਾਤਾ ਗੁਜਰੀ ਜੀ ਦੇਖਦੇ ਨੇ ਸਿੱਖ ਬੜੀ ਸੇਵਾ ਕਰਦਾ ਇੰਨਾ ਕੁ ਮਸਤ ਹੋ ਗਿਆ ਸੇਵਾ ਦੇ ਵਿੱਚ ਭਾਈ ਲਾਲਾ ਕਹਿੰਦੇ ਸਿਰ ਦੇ ਜਿਹੜੇ ਬਸਤਰ ਬੰਨੇ ਹੋਏ ਨੇ ਪੱਗ ਬੰਨੀ ਹੋਈ ਗਿੱਲੀ ਹੋ ਗਈ ਤੇ ਜਦੋਂ ਤੁਰਦਾ ਨਾ ਪਾਣੀ ਦਾ ਘੜਾ ਇਸ ਤਰ੍ਹਾਂ ਡੁੱਲਦਾ ਭਰਿਆ ਹੁੰਦਾ ਪੂਰਾ ਕਹਿੰਦੇ ਉਹ ਪਾਣੀ ਕੱਪੜਿਆਂ ਉੱਤੇ ਪੈ ਜਾਂਦਾ ਗਿੱਲੇ ਕੱਪੜੇ ਲੈ ਕੇ ਉਸੇ ਤਰ੍ਹਾਂ ਤੁਰਿਆ ਹੁੰਦਾ ਇਹ ਨਹੀਂ ਦੇਖਦਾ ਵੀ ਮੀਂਹ ਵੀ ਪੈ ਰਿਹਾ ਠੱਕਾ ਵੀ ਚੱਲ ਰਿਹਾ ਠੰਡ ਵੀ ਹੈ ਨਹੀਂ ਇਸ ਤੋਂ ਪਰਾਂ ਹੋ ਗਿਆ ਤੇ ਭਾਈ ਲਾਲਾ ਸੇਵਾ ਕਰਦਾ ਕਰਦਾ ਉਹ ਲਿਆ ਕੇ ਘੜੇ ਭਰ ਦਿੰਦਾ ਹੈ ਇੱਕ ਭਰਤਾ 2 ਭਰਤੇ 3 ਭਰਤੇ ਸੰਗਤ ਵਰਤੀ ਜਾਂਦੀ ਹੈ ਨਾਲ ਦੀ ਨਾਲ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੇਖ ਕੇ ਬੜੇ ਪ੍ਰਸੰਨ ਹੁੰਦੇ ਨੇ ਧੰਨ ਆ ਉਹ ਭਾਈ ਲਾਲਿਆ ਤੇਰੀ ਸੇਵਾ ਬੜੀ ਹੈ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਅੱਖਾਂ ਦੇ ਸਾਹਮਣੇ ਭਾਈ ਲਾਲਾ ਸੇਵਾ ਕਰਦਾ ਹੈ ਤੇ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਜਿਹੜਾ ਮਨੁੱਖ ਹਾਸਲ ਕਰਦਾ ਹੈ ਮਹਾਰਾਜ ਜੀ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਤੇ ਕਹਿੰਦੇ ਫਿਰ ਹੋਊਗਾ ਕਿ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋ ਜਾਏ ਜਿਹੜਾ ਸਤਿਗੁਰ ਦੀ ਸੇਵਾ ਚਿੱਤ ਲਾ ਕੇ ਕਰਦਾ ਉਹਨੂੰ ਮਨ ਚਿੰਦਿਆ ਫਲ ਪਾਵਣਾ ਅਨੇਕਾਂ ਹੀ ਪਦਾਰਥ ਜਿਹੜੇ ਆ ਉਹ ਪ੍ਰਾਪਤ ਹੋ ਜਾਂਦੇ ਨੇ ਤੇ ਹਉਮੈ ਵਿੱਚੋਂ ਜਾਏ ਹਉਮੈ ਦੇ ਵਿੱਚ ਸੇਵਾ ਤਾਂ ਨਹੀਂ ਹੁੰਦੀ ਜਿਹਦੇ ਅੰਦਰ ਹਉਮੈ ਮਹਾਰਾਜ ਜੀ ਕਹਿੰਦੇ ਉਹਦੀ ਹਉਮੈ ਦੂਰ ਚਲੀ ਜਾਂਦੀ ਹੈ ਇਸ ਕਰਕੇ ਸਤਿਗੁਰੂ ਦੀ ਸੇਵਾ ਦੇ ਵਿੱਚ ਬੜੀ ਵੱਡੀ ਤਾਕਤ ਹੈ ਭਾਈ ਲਾਲਾ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਗੁਰੂ ਦੀਆਂ ਸੰਗਤ ਦੀਆਂ ਖੁਸ਼ੀਆਂ ਲੈਣ ਵਾਸਤੇ ਸਿਰ ਤੇ ਰੋਜ਼ ਘੜਾ ਧਰਦਾ ਹੈ ਤੇ ਦਿਨ ਰਾਤ ਸੇਵਾ ਕਰਦਾ ਹੈ ਪਾਣੀ ਦੇ ਘੜੇ ਭਰਦਾ ਹੈ ਇੱਕ ਦਿਨ ਬੀਤ ਗਿਆ 2 ਦਿਨ ਬੀਤ ਗਏ 3 ਦਿਨ ਬੀਤ ਗਏ 4 ਦਿਨ ਬੀਤ ਗਏ ਭਾਈ ਲਾਲਾ ਘਰ ਦਾ ਖਿਆਲ ਹੀ ਭੁੱਲ ਗਿਆ ਸਭ ਕੁਝ ਖਿਆਲ ਭੁੱਲ ਕੇ ਬਸ ਮਨ ਵਿੱਚ ਇੱਕੋ ਹੀ ਹੈ ਮੈਨੂੰ ਗੁਰੂ ਦੇ ਘਰ ਦੀ ਸੇਵਾ ਪ੍ਰਾਪਤ ਹੋ ਜਾਵੇ ਜਿਹਨੂੰ ਸੇਵਾ ਪ੍ਰਾਪਤ ਹੋਗੀ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹਨੂੰ ਫਿਰ ਪ੍ਰਾਪਤ ਕੀ ਹੁੰਦਾ ਰਾਮ ਕਲੀ ਮਹਲਾ ਤੀਜਾ ਆਨੰਦ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹਨੂੰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹਨੂੰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਸ਼ਾਰ ਮਹਾਰਾਜ ਜੀ ਕਹਿੰਦੇ ਜਿਹਨੂੰ ਆਨੰਦ ਆ ਗਿਆ ਨਾ ਜਦੋਂ ਆਨੰਦ ਆ ਗਿਆ ਤੇ ਫਿਰ ਪ੍ਰਾਪਤ ਕੀ ਹੋਊਗਾ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਫਿਰ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਧੰਨ ਭਾਈ ਲਾਲੇ ਨੂੰ ਆਨੰਦ ਐਸਾ ਪ੍ਰਾਪਤ ਹੋਇਆ ਹੈ ਤੇ ਆਨੰਦ ਦੇ ਵਿੱਚ ਹੀ ਬਸ ਪਾਣੀ ਦੇ ਘੜੇ ਚੁੱਕੀ ਫਿਰਦਾ ਨਾਲੇ ਕਹਿੰਦਾ ਫਿਰਦਾ ਹੈ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਤਾਂ ਪਾਇਆ ਦਾ ਹੈ ਮਨ ਵਜੀਆਂ ਬੋਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਅਬ ਦੋਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਨੰਦੂਆ ਸਤਿਗੁਰੂ ਮੈਂ ਪਾਇਆ ਮਨ ਮੇਰਾ ਤੂੰ ਸਦਾਰੋ ਵਰਨਾਲੇ ਨਾਲ ਰੋ
ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਹੈ ਕਾਰੋ ਕਰੇ ਤੇਰਾ ਕਾਰਜ ਸਭ ਸੁਭਾਰਨਾ ਸਭਨਾ ਗੱਲਾਂ ਸਮਰਥ ਸੁਆਮੀ ਸੋ ਕਿਉ ਮਨ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਅਰਨਾਲੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਤਾਜਿਬ ਸਲਾ ਤੇਰੀ ਨਾਮ ਮਨ ਵਿਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਐ ਨਾਨਕ ਗੁਰਤੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਚ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਦਿਲ ਭੁੱਖਾ ਸਭ ਗਵਾਈਆਂ ਹਰ ਜਾਤ ਜੁਗ ਮਨ ਆਈ ਵਸਿਆ ਜਿਨੀ ਛਾਂ ਸਭ ਜਾਈਆਂ ਵਡਿਆਈਆਂ ਐ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਚਾ ਨਾਮ ਨਾਮ ਮੇਰਾ ਆਧਾਰੋ ਆਜੀ ਪੰਜ ਸ਼ਬਦ ਦਿੱਤ ਕਰ ਸੁਭਾਗੈ ਅਰਜ ਬਗ ਸ਼ਬਦ ਬਜੇ ਕਲਾ ਜਿਤ ਕਰਤਾਰੀਆ ਪੰਜ ਦੁਖ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਗੁਰ ਕਰਨ ਪਾਇਆ ਤੁਜਨ ਕੋ ਸੇ ਨਾਮ ਹਰ ਕਹਿ ਲਾਗੇ ਨਾਨਕ ਤਾਜੁ ਕੋ ਆਦਿਤ ਕਰ ਅਨਹਦ ਵਾਜੀ ਨੰਦ ਸੁਨੋ ਬਟ ਭਾਗੀਓ ਸਗਲ ਮਨੋਰਥ ਪੂਰੇ ਮੈਂ ਪ੍ਰਭ ਪਾਇਆ ਉਤਰੇ ਸਗਲ ਚੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਅੰਤ ਸਾਧਨ ਪੈ ਚਲਤੇ ਪੂਰੇ ਗੁਰ ਤੇ ਜਾਣੀ ਗੁਰਦੇ ਪ੍ਰੀਤ ਕਹਤੇ ਪਵਿੱਤ ਰਤ ਗੁਰਇਆ ਭਰਪੂਰੇ ਮੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਾਦ ਤੂਰੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ